ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਕਰਾਂਗੇ ਚੈਪਟਰ ਨੰਬਰ 1 ਦਾ ਲੈਕਚਰ ਨੰਬਰ 2। ਇਸ ਤੋਂ ਪਹਿਲੇ ਮੈਂ ਤੁਹਾਨੂੰ ਫਸਟ ਲੈਕਚਰ ਦੇ ਵਿੱਚ ਦੱਸਿਆ ਸੀਗਾ ਕੰਪਿਊਟਰ ਦਾ ਮੀਨਿੰਗ ਦੱਸਿਆ ਸੀਗਾ, ਕਰੈਕਟਰਿਸਟਿਕਸ ਦੱਸੇ ਸੀਗੇ, ਦੈਨ ਅਸੀਂ ਡਿਸਕਸ ਕੀਤੀ ਸੀਗੀ ਬਲੌਕ ਡਾਇਗਰਾਮ ਆਫ ਕੰਪਿਊਟਰ, ਲਿਮਿਟੇਸ਼ਨਸ ਕੀਤੀਆਂ ਸੀਗੀਆਂ। ਜਨਰੇਸ਼ਨ 'ਤੇ ਕੁਐਸਚਨ ਆ ਜਾਂਦਾ ਹੁੰਦਾ ਤੇ ਕਰਾਂਗੇ ਜਿਹੜੀ ਜਨਰੇਸ਼ਨਸ ਆ, ਠੀਕ ਹੈ। ਇਸ ਦਾ ਟਰਮ ਇੱਕ ਟਰਮ ਹੈ ਜਿਸ ਨੂੰ ਯੂਜ਼ ਕੀਤਾ ਜਾਂਦਾ ਟੂ ਡਿਫਰੈਂਸ ਬਿਟਵੀਨ ਹਾਰਡਵੇਅਰ ਟੈਕਨੋਲੋਜੀ ਦੇ ਵਿੱਚ ਡਿਫਰੈਂਸ ਕੀਤਾ ਜਾਂਦਾ ਹੈ ਐਂਡ ਨਾਓ ਡੇਜ਼ ਇਟ ਇਨਕਲੂਡ ਬੋਥ ਹਾਰਡਵੇਅਰ ਐਂਡ ਸੌਫਟਵੇਅਰ ਵਿਚ ਟੂਗੈਦਰ ਮੇਕ ਅਪ ਦਾ ਇੰਟਾਇਰ ਸਿਸਟਮ। ਹੁਣ ਦਿਨਾਂ ਦੇ ਵਿੱਚ ਕੀ ਹੈ ਇਹ, ਮਤਲਬ ਟਾਈਮ ਦੇ ਵਿੱਚ ਇਸ ਦੇ ਵਿੱਚ ਕੀ ਹੁੰਦਾ ਹੈ, ਹਾਰਡਵੇਅਰ ਵੀ ਹੁੰਦਾ ਹੈ, ਸੌਫਟਵੇਅਰ ਜਿਹੜਾ ਕਿ ਇਕੱਠੇ ਮਿਲ ਕੇ ਜਿਹੜਾ ਇੰਟਾਇਰ ਸਿਸਟਮ ਨੂੰ ਵਰਕ ਕਰਦੇ ਆ। ਦੈਨ ਇਹ ਜਨਰੇਸ਼ਨਸ ਦੱਸੀਆਂ ਗਈਆਂ ਹੈ, ਠੀਕ ਹੈ। ਜਨਰੇਸ਼ਨ ਨਾ ਫਸਟ ਜਨਰੇਸ਼ਨ, ਠੀਕ ਹੈ, 1942 ਟੂ 1955 ਇਹ ਚੱਲੀ ਸੀਗੀ, ਪੀਰੀਅਡ ਸੀਗਾ ਇਹ ਜਨਰੇਸ਼ਨ ਦਾ। ਬਟ ਸਮਟਾਈਮ ਜਿਹੜਾ ਹੈ 1946 ਟੂ 1959 ਵੀ ਲਿਖ ਦਿੰਦੇ ਆ, ਉਹ ਵੀ ਠੀਕ ਮੰਨਿਆ ਜਾਂਦਾ ਹੈ, ਠੀਕ ਹੈ। ਹੁਣ ਮੈਂ ਤੁਹਾਨੂੰ ਡਿਸਕਸ ਕਰੂੰਗਾ ਫਸਟ ਜਨਰੇਸ਼ਨ ਦੇ ਵਿੱਚ ਕੀ ਹੋਇਆ ਸੀ। ਤੇ ਫਸਟ ਜਨਰੇਸ਼ਨ ਜਿਹੜੀ ਸੀਗੀ, ਇਨ ਫਸਟ ਜਨਰੇਸ਼ਨ ਕੰਪਿਊਟਰ ਵੈਕਿਊਮ ਟਿਊਬਸ ਵਰ ਯੂਜ਼ਡ ਐਜ਼ ਮੇਨ ਕੰਪੋਨੈਂਟ, ਠੀਕ ਹੈ। ਵੈਕਿਊਮ ਟਿਊਬਸ ਨੂੰ ਜਿਹੜਾ ਹੈ ਮੇਨ ਕੰਪੋਨੈਂਟ ਦੇ ਵਰਤਿਆ ਜਾਂਦਾ ਸੀਗਾ, ਠੀਕ ਹੈ। ਡਿਊ ਟੂ ਲਾਰਜ ਸਾਈਜ਼ ਆਫ ਵੈਕਿਊਮ ਟਿਊਬਸ ਦਿਸ ਕੰਪਿਊਟਰਸ ਵਰ ਵੈਰੀ ਲਾਰਜ ਇਨ ਸਾਈਜ਼, ਕਿਉਂਕਿ ਜਿਹੜਾ ਸਾਈਜ਼ ਸੀਗਾ ਵੈਕਿਊਮ ਟਿਊਬਸ ਦਾ ਬਹੁਤ ਬੜਾ ਸੀਗਾ, ਜਿਸ ਦੇ ਕਾਰਨ ਕਿਆ ਹੈ ਇਸ ਨੂੰ ਜ਼ਿਆਦਾ ਜਗ੍ਹਾ ਚਾਹੀਦੀ ਸੀਗੀ ਔਰ ਇਸ ਦੇ ਵਿੱਚ ਜਿਹੜੀ ਹੈ ਲਿਮਿਟਿਡ ਸਪੇਸ ਹੁੰਦੀ ਸੀਗੀ, ਠੀਕ ਹੈ। ਤੇ ਇਹ ਜਿਹੜਾ ਹੈ ਇਲੈਕਟ੍ਰੀਸਿਟੀ ਜ਼ਿਆਦਾ ਮਤਲਬ ਯੂਜ਼ ਕਰਦੀ ਸੀਗੀ ਕਿਉਂਕਿ ਬਹੁਤ ਬੜੀ ਸੀਗੀ। ਤੇ ਇਹਦੇ ਨਾਲ ਕੀ ਹੁੰਦਾ ਸੀ ਕਿ ਜਦ ਇਲੈਕਟ੍ਰੀਸਿਟੀ ਜ਼ਿਆਦਾ ਯੂਜ਼ ਕਰਦੀ ਸੀਗੀ ਇਹ, ਤਾਂ ਹੀਟ ਵੀ ਜਨਰੇਟ ਹੁੰਦੀ ਸੀਗੀ। ਆਮ ਤੌਰ ਪਰ ਜਿਹੜਾ ਉਸ ਟਾਈਮ ਦੇ ਵਿੱਚ ਮਤਲਬ ਹੁੰਦਾ ਸੀ ਕਿ ਇਹਨਾਂ ਦਾ ਜਿਹੜਾ ਵੀ ਹੈ ਕੰਪਿਊਟਰ, ਉਹ ਜਿਹੜਾ ਹੈ ਇੱਕ ਕਮਰੇ ਦੇ ਜਿਹੜਾ ਨੋਰਮਲ ਕਮਰਾ ਹੁੰਦਾ ਹੈ ਉਸ ਵਾਂਗ ਹੁੰਦਾ ਸੀਗਾ, ਮਤਲਬ ਇੰਨਾ ਬੜਾ ਹੁੰਦਾ ਸੀਗਾ ਕੰਪਿਊਟਰ, ਠੀਕ ਹੈ। ਤੇ ਇਸ ਦੇ ਫੀਚਰਸ ਹੈ ਸਮਟਾਈਮਸ ਜਿਹੜਾ ਹੈ ਐਗਜ਼ਾਮੀਨਰ ਜਿਹੜਾ ਹੈ ਇੱਕ ਫੀਚਰ ਪੁੱਛ ਲੈਂਦਾ ਤੁਹਾਡੇ ਤੇ 4 ਮਾਰਕਸ ਦੇ ਜਿਹੜੇ ਸੈਕਸ਼ਨ ਸੀ ਦਾ ਕੁਐਸਚਨ ਹੁੰਦਾ ਹੈ, ਉੱਥੇ ਉਹ ਪੁੱਛ ਲੈਂਦਾ ਹੈ ਕੁਐਸਚਨ ਕਿ ਦੱਸੋ ਜੀ ਫੀਚਰ ਕੀ ਹੁੰਦੇ ਆ ਫਸਟ ਜਨਰੇਸ਼ਨ ਦੇ, ਜਾਂ ਫਿਰ ਉਹਦੀ ਐਗਜ਼ਾਮਪਲਸ ਪੁੱਛ ਸਕਦਾ ਹੈ ਜਿੱਦਾਂ ਐਨਿਕ ਹੋ ਗਿਆ, ਠੀਕ ਹੈ, ਈਡੀ ਵੈਕ, ਠੀਕ ਹੈ। ਦੈਨ ਇਹਦੀਆਂ ਐਗਜ਼ਾਮਪਲਸ ਨੇ ਫਸਟ ਜਨਰੇਸ਼ਨ ਦੀ। ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਕੋਈ ਵੀ ਜੇ ਤੁਹਾਨੂੰ ਆ ਸਕਦਾ 4 ਨੰਬਰ ਦੇ ਵਿੱਚ ਕਿ ਤੁਸੀਂ ਦੱਸਣਾ ਹੈ, ਐਗਜ਼ਾਮਪਲ ਦੇਖ ਕੇ ਵੀ ਉਹ ਪੁੱਛ ਸਕਦੇ ਕਿ ਇਹ ਕਿਹੜੀ ਜਨਰੇਸ਼ਨ ਦੀ ਐਗਜ਼ਾਮਪਲ ਆ, ਜਾਂ ਉਹ ਪੁੱਛ ਸਕਦਾ ਕਿ ਤੁਹਾਨੂੰ ਦੱਸੋ ਕਿ ਫਸਟ ਜਨਰੇਸ਼ਨ ਦੀ ਕਿਹੜੀ ਐਗਜ਼ਾਮਪਲ ਆ, ਤਾਂ ਤੁਹਾਨੂੰ ਦੱਸਣੀ ਪਏਗੀ, ਠੀਕ ਹੈ। ਦੈਨ ਫੀਚਰ ਜਿਹੜੇ ਅਸੀਂ ਉੱਪਰ ਪੜ੍ਹਿਆ ਇਹੀ ਹੈ ਕਿ ਵੈਕਿਊਮ ਟਿਊਬ ਜਿਹੜੀਆਂ ਸੀ ਉਸ ਯੂਜ਼ਡ ਐਜ਼ ਮੇਨ ਕੰਪੋਨੈਂਟ ਸੀ, ਤੇ ਤੁਸੀਂ ਜੋ ਉੱਪਰ ਪੜ੍ਹਿਆ ਉਹ ਸੇਮ ਇੱਧਰ ਫੀਚਰ 'ਚ ਲਿਖ ਦਿਓ, ਠੀਕ ਹੈ। ਦੈਨ ਇੱਥੇ ਤੁਸੀਂ ਲਿਖਣਾ ਗਿਆ 2-3 ਪੁਆਇੰਟ ਹੋਰ ਐਡ ਕਰਨੇ ਨੇ, ਜੋ ਉੱਪਰ ਲਿਖਿਆ ਉਹ ਸੇਮ ਇੱਥੇ ਆ ਜਾਣਾ ਚਾਹੀਦਾ, ਸਾਰਾ ਲਿਖ ਦੇਣਾ ਚਾਹੀਦਾ, ਬਸ ਪੁਆਇੰਟਾਂ ਦੇ ਵਿੱਚ ਤੁਸੀਂ ਲਿਖ ਦਿਓ। ਦੈਨ ਦਿਸ ਕੰਪਿਊਟਰਸ ਵਰ ਫਾਸਟੈਸਟ ਕੈਲਕੂਲੇਟਿੰਗ ਡਿਵਾਈਸ ਆਫ ਦੇਅਰ ਟਾਈਮ, ਕਿ ਜਿਹੜੇ ਉਸ ਟਾਈਮ ਦੇ ਵਿੱਚ ਜਿਹੜਾ ਇਹ ਕੰਪਿਊਟਰ ਨੂੰ ਮੰਨਿਆ ਗਿਆ ਸੀ ਫਾਸਟੈਸਟ, ਕਿਉਂਕਿ ਉਸ ਟਾਈਮ ਦੇ ਵਿੱਚ ਕੀ ਹੁੰਦਾ ਸੀਗਾ ਕਿ ਇੰਨੇ ਮਤਲਬ ਉਹ ਨਹੀਂ ਹੁੰਦੇ ਸੀਗੇ ਕੰਪਿਊਟਰ ਜਿਸ ਦੇ ਵਿੱਚ ਕੈਲਕੂਲੇਸ਼ਨ ਬਹੁਤ ਤੇਜ਼ੀ ਨਾਲ ਹੋ ਸਕੇ, ਤੇ ਉਸ ਟਾਈਮ ਦੇ ਵਿੱਚ ਇਸ ਕੰਪਿਊਟਰ ਨੂੰ ਸਭ ਤੋਂ ਜ਼ਿਆਦਾ ਫਾਸਟੈਸਟ ਮੰਨਿਆ ਗਿਆ ਸੀਗਾ। ਤੇ ਇਸ ਨੂੰ ਜਿਹੜਾ ਹੈ ਜਦ ਹੀਟ ਪ੍ਰੋਡਿਊਸ ਹੁੰਦੀ ਸੀਗੀ ਤੇ 에ਅਰ ਕੰਡੀਸ਼ਨਰ ਜ਼ਰੂਰੀ ਚਾਹੀਦਾ ਸੀਗਾ, ਠੀਕ ਹੈ, ਕਿ ਕੂਲਿੰਗ ਰਹਿ ਸਕੇ ਕਮਰੇ ਦੇ ਵਿੱਚ, ਠੀਕ ਹੈ, ਜ਼ਿਆਦਾ ਹੀਟ ਨਾ ਆਵੇ। ਐਂਡ ਮੇਨਟੇਨੈਂਸ ਇਸ ਦੇ ਵਾਸਤੇ ਜ਼ਰੂਰੀ ਸੀਗੀ, ਔਰ ਕਿਉਂ ਜ਼ਰੂਰੀ ਸੀ ਕਿਉਂਕਿ ਇੱਕ ਨੋਰਮਲ ਕਮਰੇ ਜਿੰਨਾ ਹੁੰਦਾ ਸੀਗਾ ਕੰਪਿਊਟਰ ਦਾ ਸਾਈਜ਼, ਤੁਸੀਂ ਜੇ ਕੋਈ ਵੀ ਤਾਰ ਤੂਰ ਜਿਹੜੀ ਹੈ ਟੁੱਟ ਜਾਵੇ ਤਾਂ ਫਿਰ ਤੁਹਾਡਾ ਸਾਰਾ ਕੰਮ ਰੁਕ ਜਾਣਾ ਹੈ, ਇਸ ਕਰਕੇ ਜਿਹੜਾ ਹੈ ਇਸ ਨੂੰ ਮੇਨਟੇਨੈਂਸ ਦੀ ਜ਼ਰੂਰਤ ਹੁੰਦੀ ਸੀਗੀ। ਤੇ ਇਹ ਦੇ ਸਾਈਜ਼ ਹੋਣ ਕਰਕੇ, ਜ਼ਿਆਦਾ ਸਾਈਜ਼ ਹੋਣ ਕਰਕੇ, ਬਲਕੀ ਸਾਈਜ਼ ਹੋਣ ਕਰਕੇ ਇਸ ਨੂੰ ਅਸੀਂ ਕਿਤੇ ਵੀ ਲੈ ਜਾ ਸਕਦੇ ਨਹੀਂ ਸੀਗੇ। ਇਸ ਦੀ ਜਿਹੜੀ ਐਡਵਾਂਟੇਜਸ ਹੈ ਉਹ ਇਹ ਐਡਵਾਂਟੇਜ ਹੈ ਕਿ ਉਸ ਟਾਈਮ ਦੇ ਬੜਾ ਤੇਜ਼ ਕੰਪਿਊਟਰ ਹੁੰਦਾ ਸੀਗਾ। ਦਿਸ ਕੰਪਿਊਟਰਸ ਵਰ ਦਾ ਫਾਸਟੈਸਟ ਆਫ ਦੇਅਰ ਟਾਈਮ, ਦੇ ਵਰ ਪ੍ਰੋਗਰਾਮ ਯੂਜ਼ਿੰਗ ਮਸ਼ੀਨ ਲੈਂਗੁਏਜ, ਜਿਹੜੇ ਇਹਦੇ ਵਿੱਚ ਪ੍ਰੋਗਰਾਮ ਵਰਤਿਆ ਜਾਂਦਾ ਸੀਗਾ ਮਸ਼ੀਨ ਲੈਂਗੁਏਜ ਦਾ ਵਰਤਿਆ ਜਾਂਦਾ ਸੀਗਾ, ਵਿਚ ਇਜ਼ 0 ਐਂਡ 1 ਦੀ ਫਾਰਮ ਦੇ ਵਿੱਚ ਹੁੰਦਾ ਸੀਗਾ, ਕਿ ਜਿਹੜਾ ਵੀ ਕੰਪਿਊਟਰ ਨੂੰ ਜਿਹੜੀ ਵੀ ਅਸੀਂ ਇਨਫੋਰਮੇਸ਼ਨ ਡਾਟਾ ਜਾਂ ਇਨਫੋਰਮੇਸ਼ਨ ਜਿਹੜੀ ਹੈ ਉਹ ਅਸੀਂ ਭੇਜਦੇ ਸੀਗੇ, ਉਹ ਜਿਹੜੀ ਹੈ 0 ਐਂਡ 1 ਦੀ ਫਾਰਮ 'ਚ ਕਨਵਰਟ ਹੋ ਜਾਂਦੀ ਸੀਗੀ। ਦੈਨ ਜਿਹੜਾ ਕੰਪਿਊਟਰ ਉਸ ਨੂੰ ਈਜ਼ੀਲੀ ਸਮਝ ਲੈਂਦਾ ਸੀਗਾ। ਦੈਨ ਇਲੈਕਟ੍ਰੋਨਿਕ ਡਿਜੀਟਲ ਕੰਪਿਊਟਰ ਜਿਹੜਾ ਇੰਟਰੋਡਿਊਸ ਕੀਤਾ ਗਿਆ ਸੀਗਾ, ਠੀਕ ਹੈ, ਡਿਊ ਟੂ ਦਾ ਵੈਕਿਊਮ ਟਿਊਬਸ ਕਰਕੇ ਇਸ ਨੂੰ ਜਿਹੜਾ ਹੈ ਮਤਲਬ ਇੰਟਰੋਡਿਊਸ ਕੀਤਾ ਗਿਆ ਸੀ। ਤੇ ਇਸ ਦੀ ਡਿਸਐਡਵਾਂਟੇਜ ਤੁਸੀਂ ਪਹਿਲਾਂ ਵੀ ਦੇਖੀ ਹੈ ਕਿ ਇਹ ਬਿਗ ਇਨ ਸਾਈਜ਼ ਸੀਗਾ, ਠੀਕ ਹੈ, ਕੰਜ਼ਿਊਮ ਲਾਰਜ ਅਮਾਊਂਟ ਆਫ ਹੀਟ, ਕੰਟੀਨਿਊਅਸ ਮੇਨਟੇਨੈਂਸ ਇਜ਼ ਰਿਕੁਆਇਰਡ, 에ਅਰ ਕੰਡੀਸ਼ਨਰ ਰਿਕੁਆਇਰਡ, ਇਹ ਤੁਸੀਂ ਸਾਰੇ ਜਿਹੜੇ ਲਿਖ ਦੇਣੇ ਆ। ਨੋਨ ਪੋਰਟੇਬਲ ਵੀ ਸੀਗਾ। ਦੈਨ ਸੈਕਿੰਡ ਜਨਰੇਸ਼ਨ ਜਿਹੜੀ ਹੈ 1955 ਟੂ 1964, ਇਹ ਜਿਹੜੀ ਜਨਰੇਸ਼ਨ ਦੀ ਪੀਰੀਅਡ ਆ, ਇਸ ਦੇ ਵਿੱਚ ਜਿਹੜਾ ਹੈ ਡਿਫਰ ਕਰ ਸਕਦਾ ਹੈ ਕਿਉਂਕਿ ਹਰ ਇੱਕ ਬੁੱਕ ਦੇ ਵਿੱਚ ਜਿਹੜਾ ਅਲੱਗ-ਅਲੱਗ ਹੈ, ਇੰਟਰਨੈਟ 'ਤੇ ਵੀ ਅਲੱਗ ਹੈ, ਠੀਕ ਹੈ। ਇਹ ਤੁਸੀਂ ਜੋ ਵੀ ਹੈ ਤੁਹਾਡੇ ਕੋਲ ਮਟੀਰੀਅਲ ਉਸ ਦੇ ਅਕੋਰਡਿੰਗ ਤੁਸੀਂ ਲਿਖ ਸਕਦੇ ਹੋ। ਦਾ ਸੈਕਿੰਡ ਜਨਰੇਸ਼ਨ ਕੰਪਿਊਟਰ ਜਿਹੜੇ ਹੈ ਟ੍ਰਾਂਜ਼ਿਸਟਰ ਯੂਜ਼ ਹੁੰਦੇ ਸੀਗੇ, ਵੈਕਿਊਮ ਟਿਊਬਸ ਨਹੀਂ ਯੂਜ਼ ਹੁੰਦੀਆਂ ਸੀਗੀਆਂ ਐਜ਼ ਮੇਨ ਕੰਪੋਨੈਂਟ। ਐਂਡ ਜਿਹੜੀ ਟ੍ਰਾਂਜ਼ਿਸਟਰ ਹੁੰਦੇ ਸੀਗੇ ਇਹ ਸੈਮੀ ਕੰਡਕਟਰ ਮਟੀਰੀਅਲ ਦੇ ਨਾਲ ਬਣੇ ਹੁੰਦੇ ਸੀਗੇ, ਤੇ ਜਿਹੜੇ ਹੁੰਦੇ ਸੀਗੇ ਕਾਫੀ ਸਮੋਲ ਹੁੰਦੇ ਸੀਗੇ ਐਜ਼ ਕੰਪੇਅਰ ਟੂ ਫਸਟ ਕੰਪਿਊਟਰ ਜਨਰੇਸ਼ਨ, ਠੀਕ ਹੈ, ਜਨਰੇਸ਼ਨ ਕੰਪਿਊਟਰ ਦੇ ਅਕੋਰਡਿੰਗ, ਠੀਕ ਹੈ। ਤਾਂ ਹਾਈ ਲੈਵਲ ਲੈਂਗੁਏਜ ਜਿਹੜੀ ਹੈ ਇਸ ਦੇ ਵਿੱਚ ਯੂਜ਼ ਹੁੰਦੀ ਸੀਗੀ, ਔਰ ਪਿਛਲੇ ਦੇ ਵਿੱਚ ਕਿਹੜੀ ਹੈ ਮਸ਼ੀਨ ਲੈਵਲ ਲੈਂਗੁਏਜ ਹੁੰਦੀ ਸੀਗੀ। ਹਾਈ ਲੈਵਲ ਲੈਂਗੁਏਜ ਜਿੱਦਾਂ ਸੀ ਹੋ ਗਈ, C++ ਹੋ ਗਈ, ਪਾਈਥਨ, ਇਹ ਜਿਹੜੀਆਂ ਸੀਗੀਆਂ ਇਹ ਹਾਈ ਲੈਵਲ ਦੀਆਂ ਲੈਂਗੁਏਜ ਸੀਗੀਆਂ। ਦੈਨ IBM
1000 ਸੀਰੀਜ਼ ਐਂਡ ਹਨੀ ਵੋਲ 200 ਜਿਹੜੀ ਇਸ ਦੀ ਐਗਜ਼ਾਮਪਲਸ ਆ। ਤੇ ਇਹਦੇ ਫੀਚਰਸ ਦਾ ਉਹੀ ਲਿਖ ਦੇਣਾ ਕਿ ਟ੍ਰਾਂਜ਼ਿਸਟਰ ਯੂਜ਼ ਹੁੰਦੇ ਸੀਗੇ, ਠੀਕ ਹੈ, ਸੈਮੀ ਕੰਡਕਟਰ ਮਟੀਰੀਅਲ ਦੇ ਨਾਲ ਉਸ ਨੂੰ ਬਣਾਇਆ ਜਾਂਦਾ ਸੀਗਾ, ਠੀਕ ਹੈ। ਹਾਈ ਲੈਵਲ ਲੈਂਗੁਏਜ ਉਸ ਦੇ ਵਿੱਚ ਯੂਜ਼ ਹੁੰਦੀ ਸੀਗੀ, ਇਸ ਦੇ ਵਿੱਚ ਘੱਟ ਹੀਟ ਜਨਰੇਟਡ ਹੁੰਦੀ ਸੀਗੀ, ਠੀਕ ਹੈ, ਪਰ ਰਿਕੁਆਇਰਡ ਇਸ ਦੇ ਵਾਸਤੇ ਇਲੈਕਟ੍ਰਿਸਿਟੀ ਹੋਣਾ ਬਹੁਤ ਜ਼ਰੂਰੀ ਸੀਗਾ, ਫਾਸਟ ਸੀਗੇ ਫਸਟ ਜਨਰੇਸ਼ਨ ਨਾਲ। ਤੇ ਤੁਸੀਂ ਸਾਰੇ ਪੁਆਇੰਟ ਲਿਖ ਸਕਦੇ ਹੋ। ਐਡਵਾਂਟੇਜਸ ਕਿਆ ਸੀ ਕਿ ਪਹਿਲਾ ਕਿ ਸਮੋਲ ਇਨ ਸਾਈਜ਼ ਹੁੰਦਾ ਸੀਗਾ, ਅਦਰਵਾਈਜ਼ ਜਿਹੜਾ ਪੁਰਾਣਾ ਵਾਲਾ ਹੁੰਦਾ ਸੀਗਾ ਫਸਟ ਜਨਰੇਸ਼ਨ ਵਾਲਾ ਬੜਾ ਬਿਗ ਹੁੰਦਾ ਸੀਗਾ, ਤੇ ਇਸ ਨੂੰ ਪੋਰਟੇਬਲ ਅਸੀਂ ਕਰ ਸਕਦੇ ਤੇ, ਮਤਲਬ ਪੋਰਟੇਬਲ ਅਸੀਂ ਕਿਤੇ ਵੀ ਲੈ ਜਾ ਸਕਦੇ ਸੀਗੇ ਇਹਨੂੰ, ਔਰ ਫਾਸਟ ਹੁੰਦਾ ਸੀਗਾ ਸਪੀਡ ਦੇ ਵਿੱਚ। ਅਸੈਂਬਲੀ ਲੈਂਗੁਏਜ ਵੀ ਇਸ ਦੇ ਵਿੱਚ ਇੰਟਰੋਡਿਊਸ ਹੋਈ ਸੀਗੀ। ਦੈਨ ਦਿਸ ਲੈਂਗੁਏਜ ਇਜ਼ ਈਜ਼ੀ ਟੂ ਰਾਈਟ ਪ੍ਰੋਗਰਾਮ ਦੈਨ ਮਸ਼ੀਨ ਲੈਂਗੁਏਜ। ਇਸ ਦੇ ਵਿੱਚ ਕੀ ਹੁੰਦਾ ਸੀਗਾ, ਈਜ਼ੀ ਲੈਂਗੁਏਜ ਸੀਗੀ ਕੁਛ ਪ੍ਰੋਗਰਾਮ ਲਿਖਣ ਵਾਸਤੇ ਮਸ਼ੀਨ ਲੈਂਗੁਏਜ ਦੇ ਅਕੋਰਡਿੰਗਲੀ। ਦੈਨ ਡਿਸਐਡਵਾਂਟੇਜ ਸੇਮ ਹੈ ਕਿ 에ਅਰ ਕੰਡੀਸ਼ਨਰ ਜ਼ਰੂਰੀ ਸੀਗਾ, ਕੰਟੀਨਿਊਸ ਮੇਨਟੇਨੈਂਸ ਰਿਕੁਆਇਰਡ ਹੋਣਾ ਜ਼ਰੂਰੀ ਸੀਗਾ, ਓਨਲੀ ਯੂਜ਼ ਫॉर ਸਪੈਸ਼ਲ ਪਰਪਸ ਦੇ ਲਈ ਇਸ ਨੂੰ ਯੂਜ਼ ਕੀਤਾ ਜਾਂਦਾ ਸੀਗਾ। ਦੈਨ ਥਰਡ ਜਨਰੇਸ਼ਨ ਹੋ ਗਿਆ ਕਿ ਥਰਡ ਜਨਰੇਸ਼ਨ ਦੇ ਵਿੱਚ ਕੀ ਸੀਗਾ ਕਿ ਇੰਟਰਗ੍ਰੇਟਿਡ ਸਰਕਟ ਜਿਹੜੇ ਨੇ ਯੂਜ਼ ਹੁੰਦੇ ਸੀਗੇ, ਠੀਕ ਹੈ। ਔਨ ਦਿਸ ਕਲਿਪ ਅ ਵੈਰੀ ਲਾਰਜ ਨੰਬਰ ਆਫ ਕੰਪੋਨੈਂਟਸ ਆਰ ਇੰਟੀਗ੍ਰੇਟਿਡ ਔਨ ਅ ਵੈਰੀ ਸਮॉल ਸਰਫੇਸ। ਮਤਲਬ ਕਿ ਇਸ ਕਲਿੱਪ ਦੇ ਵਿੱਚ ਕੀ ਹੁੰਦਾ ਸੀਗਾ ਕਿ ਲਾਰਜ ਨੰਬਰ ਆਫ ਜਿਹੜੇ ਕੰਪੋਨੈਂਟ ਸੀਗੇ ਉਹ ਇਕੱਠੇ ਮਤਲਬ ਇੰਟੀਗ੍ਰੇਟ ਕਰ ਦਿੱਤੇ ਜਾਂਦੇ ਸੀਗੇ ਇੱਕ ਸਮॉल ਸਰਫੇਸ ਤੇ, ਠੀਕ ਹੈ। ਉਸ ਦੇ ਕਾਰਨ ਕੀ ਹੁੰਦਾ ਸੀ, ਡਿਊ ਟੂ ਦ ਸਾਈਜ਼ ਆਫ ਦਿਸ ਜਨਰੇਸ਼ਨ ਕੰਪਿਊਟਰ ਜਿਹੜੇ ਨੇ ਇਹ ਸਮੋਲਰ ਦੈਨ, ਇਹ ਬਹੁਤ ਛੋਟੇ ਸੀਗੇ ਫਸਟ ਤੇ ਸੈਕੰਡ ਜਨਰੇਸ਼ਨ ਦੇ ਅਕੋਰਡਿੰਗਲੀ। ਔਰ IBM 360 ਸੀਰੀਜ਼ ਔਰ ICL 1900 ਜਿਹੜੀ ਹੈ ਇਸ ਦੀ ਐਗਜ਼ਾਮਪਲਸ ਆ। ਤੇ ਇਹੀ ਤੁਸੀਂ ਫੀਚਰਸ ਲਿਖ ਦੇਣੇ ਆ ਕਿ ਇੰਟਰਗ੍ਰੇਟਿਡ ਸਰਕਟ ਜਿਹੜੇ ਨੇ ਯੂਜ਼ ਹੁੰਦੇ ਸੀਗੇ ਐਜ਼ ਅ ਮੇਨ ਕੰਪੋਨੈਂਟ, ਸਮੋਲਰ ਇਨ ਸਾਈਜ਼ ਹੁੰਦੇ ਸੀਗੇ, ਇਨਕਰੀਜ਼ ਸਪੀਡ, ਲੋ ਹੀਟ ਜਨਰੇਟਡ, ਇਹ ਤੁਸੀਂ ਸਾਰੇ ਲਿਖ ਸਕਦੇ ਹੋ, ਠੀਕ ਹੈ। ਹੁਣ ਅਸੀਂ ਡਿਸਕਸ ਕਰਾਂਗੇ ਇਸ ਦੀ ਐਡਵਾਂਟੇਜਸ। ਤੇ ਸੇਮ ਹੀ ਹੈ ਕਿ ਸਮॉल ਸਾਈਜ਼ ਹੁੰਦਾ ਸੀਗਾ, ਜ਼ਿਆਦਾ ਛੇਤੀ ਚੱਲਦਾ ਸੀਗਾ ਫਸਟ ਨਾਲੇ ਸੈਕੰਡ ਜਨਰੇਸ਼ਨ ਤੇ, ਠੀਕ ਹੈ। ਵੈਰੀ ਫਾਸਟ ਹੁੰਦਾ ਸੀਗਾ ਤੇ ਅਸੀਂ ਇਸ ਨੂੰ ਪੋਰਟੇਬਲ ਕਰ ਸਕਦੇ ਸੀਗੇ, ਕਿਤੇ ਵੀ ਲੈ ਜਾ ਸਕਦੇ ਸੀਗੇ, ਠੀਕ ਹੈ। ਲੈਸ ਐਜ਼ ਕੰਪੇਅਰ ਟੂ ਲੈਸ ਹੀਟ ਜਨਰੇਟਡ ਹੁੰਦਾ ਸੀਗਾ। ਹਾਈ ਲੈਵਲ ਲੈਂਗੁਏਜ ਇਸ ਦੇ ਵਿੱਚ ਵੀ ਯੂਜ਼ ਹੁੰਦੀ ਸੀਗੀ। ਡਿਸਐਡਵਾਂਟੇਜ ਸੇਮ ਹੈ ਕਿ 에ਅਰ ਕੰਡੀਸ਼ਨਰ ਰਿਕੁਆਇਰਡ ਹੁੰਦਾ ਸੀਗਾ, ਠੀਕ ਹੈ। ਮੈਨੂਫੈਕਚਰਰ ਚਿਪਸ ਜਿਹੜੀਆਂ ਨੇ ਉਹ ਜ਼ਰੂਰੀ ਸੀਗੀਆਂ ਇਸ ਦੇ ਵਾਸਤੇ, ਠੀਕ ਹੈ, ਇਹ ਤੁਸੀਂ ਲਿਖ ਸਕਦੇ ਨੇ। ਦੈਨ ਫੋਰਥ ਜਨਰੇਸ਼ਨ ਆ ਜਿਸ ਦੇ ਵਿੱਚ ਕੀ ਸੀਗਾ 1975 ਦੇ ਵਿੱਚ ਫੋਰਥ ਜਨਰੇਸ਼ਨ ਸਟਾਰਟ ਹੋਈ ਸੀਗੀ, ਔਨਵਰਡ ਚੱਲ ਰਹੀ ਆ। ਐਂਡ ਇਨ ਦਿਸ ਜਨਰੇਸ਼ਨ ਜਿਹੜੇ ਆ ਵੈਰੀ ਲਾਰਜ ਇੰਟਰਗ੍ਰੇਟਿਡ ਸਰਕਿਟਸ ਆਰ ਯੂਜ਼ਡ ਹੁੰਦੇ ਸੀਗੇ ਐਜ਼ ਅ ਮੇਨ ਕੰਪੋਨੈਂਟ। ਐਂਡ ਇਸ ਦੇ ਵਿੱਚ ਕੀ ਹੁੰਦਾ ਸੀਗਾ ਕਿ ਇਸ ਦਾ ਸਾਈਜ਼ ਜਿਹੜਾ ਸਮੋਲਰ ਸੀਗਾ, ਠੀਕ ਹੈ, ਇਸ ਜਨਰੇਸ਼ਨ ਦੇ ਵਿੱਚ ਕੰਪਿਊਟਰ ਦਾ। IBM 370 ਐਂਡ HP 3000 ਜਿਹੜੀ ਹੈ ਇਸ ਦੀ ਐਗਜ਼ਾਮਪਲ ਆ। ਦੈਨ ਫੀਚਰਸ ਅਸੀਂ ਡਿਸਕਸ ਕਰਾਂਗੇ। ਜਿਹੜਾ ਮੈਂ ਤੁਹਾਨੂੰ ਦੱਸਿਆ ਇਹ ਵੈਰੀ ਲਾਰਜ ਸਕੇਲ integrated circuit as used as main component, smallest in size, heat generated is minimum, less heat generated भी लिख सकते हो, ठीक है। very reliable and faster than other generations, first previous 3 generations, no air conditioner is required। ਇਹ ਤੁਸੀਂ ਸਾਰਾ ਕੁਝ ਲਿਖ ਸਕਦੇ ਹੋ, ਪੜ੍ਹ ਸਕਦੇ ਹੋ, ਈਜ਼ੀਲੀ ਸਮਝ ਆ ਜਾਏਗਾ, ਐਨੀ ਬੜੀ ਕੋਈ ਚੀਜ਼ ਨਹੀਂ ਜਿਹੜੀ ਤੁਹਾਨੂੰ ਨਹੀਂ ਸਮਝ ਆਏਗੀ, ਠੀਕ ਹੈ। ਐਡਵਾਂਟੇਜਸ ਕੀ ਸੀਗੇ, ਸਮਾਲਰ ਇਨ ਸਾਈਜ਼, ਪ੍ਰੋਡਕਸ਼ਨ ਕਾਸਟ ਇਜ਼ ਵੈਰੀ ਲੋ, ਵੈਰੀ ਰਿਲਾਈਬਲ, ਠੀਕ ਹੈ, ਤੇ ਇਹ ਤੁਸੀਂ ਪੜ੍ਹ ਸਕਦੇ ਹੋ, ਠੀਕ ਹੈ। ਇਸ ਦੇ ਵਿੱਚ ਵੀ ਸੇਮ ਹੀ ਐਡਵਾਂਟੇਜ ਹੈ, ਡਿਸਐਡਵਾਂਟੇਜ ਹੈ ਕਿ ਇਸ ਦੇ ਵਾਸਤੇ ਵੀ ਚਿਪਸ ਹੋਣੀਆਂ, ਮਾਈਕਰੋ ਪ੍ਰੋਸੈਸਰ ਚਿਪਸ ਜਿਹੜੀਆਂ ਨੇ ਉਹ ਜ਼ਰੂਰੀ ਸੀਗੀਆਂ ਇਸ ਦੇ ਵਾਸਤੇ ਵੀ, ਠੀਕ ਹੈ। ਫਿਫਥ ਜਨਰੇਸ਼ਨ ਜਿਹੜੀ ਹੈ ਪ੍ਰੈਜ਼ੈਂਟ ਐਂਡ ਜਿਹੜੀ ਫਿਊਚਰ ਆ, ਠੀਕ ਹੈ, ਉਹ ਜਿਹੜੀ ਚੱਲੀ ਸੀਗੀ ਨੀਅਰ ਬਾਏ 1989 ਦੇ ਚੱਲੀ ਸੀਗੀ, ਠੀਕ ਹੈ। ਦੈਨ ਇਨ ਦਿਸ ਜਨਰੇਸ਼ਨ ਦਾ ਮੇਨ ਇੰਫੋਸਿਸ ਇਜ਼ ਔਨ ਪੈਰਲਲ ਪ੍ਰੋਸੈਸਿੰਗ ਐਂਡ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵੱਲ ਇਹਦਾ ਮੇਨ ਝੁਕਾਅ ਸੀਗਾ ਕੰਪਿਊਟਰ ਦਾ, ਕਿ ਕੰਪਿਊਟਰ ਨੂੰ ਇੱਕ ਬੰਦੇ ਦੀ ਤਰ੍ਹਾਂ ਬਣਾਇਆ ਜਾਵੇ, ਠੀਕ ਹੈ। ਸੁਪਰ ਕੰਪਿਊਟਰ ਐਂਡ ਰਿਬੋਟਸ ਆਰ ਦਾ ਬੈਸਟ ਐਗਜ਼ਾਮਪਲ ਫॉर ਦਿਸ ਜਨਰੇਸ਼ਨ, ਠੀਕ ਹੈ। ਫਿਫਥ ਜਨਰੇਸ਼ਨ ਦੇ ਵਿੱਚ ਕੀ ਹੁੰਦਾ ਸੀਗਾ, ਵੈਰੀ ਲਾਰਜ ਸਕੇਲ ਇੰਟਰਗ੍ਰੇਟਿਡ ਸਰਕਿਟਸ ਨੂੰ ਜਿਹੜਾ ਹੈ ਹੁਣ ਨਿਊ ਤਰ੍ਹਾਂ ਦੇ ਨਾਲ ਅਸੀਂ ਇਸ ਦੇ ਵਿੱਚ ਮੋਡੀਫਾਈਡ ਕਰਕੇ ਅਲਟਰਾ ਲਾਰਜ ਇੰਟਰਡਕਸ਼ਨ ਤਾਂ ਸੀਗਾ ਟੈਕਨੋਲੋਜੀ ਦੇ ਵਿੱਚ, ਠੀਕ ਹੈ। ਮਾਈਕਰੋ ਪ੍ਰੋਸੈਸਰ ਚਿਪਸ ਲਾ ਕੇ, ਠੀਕ ਹੈ। ਇਹ ਤੁਸੀਂ ਲਿਖੋਗੇ ਕਿ ULSI ਐਜ਼ ਅ ਮੇਨ ਕੰਪੋਨੈਂਟ ਯੂਜ਼ਡ ਫॉर ਇਨ ਦਿਸ ਕੰਪਿਊਟਰ, ਠੀਕ ਹੈ। ਦੈਨ ਤੁਸੀਂ ਲਿਖ ਸਕਦੇ ਹੋ ਕਿ ਡਿਵੈਲਪ ਆਫ ਟਰੂ ਆਰਟੀਫਿਸ਼ੀਅਲ, ਠੀਕ ਹੈ। ਦੈਨ ਚੀਪ ਰੇਟਸ, ਠੀਕ ਹੈ। ਅਵੇਲੇਬਿਲਿਟੀ ਆਫ ਵੈਰੀ ਪਾਵਰਫੁਲ ਐਂਡ ਕੰਪੈਕਟ ਕੰਪਿਊਟਰਸ ਐਟ ਚੀਪ ਰੇਟ, ਕਿ ਅਵੇਲੇਬਲ ਹੁੰਦੇ ਸੀਗੇ ਬਹੁਤ ਘੱਟ ਰੇਟ ਤੇ, ਠੀਕ ਹੈ। ਇੰਟੈਲੀਜੈਂਸ ਹੁੰਦਾ ਸੀਗਾ, ਠੀਕ ਹੈ। ਮੋਰ ਯੂਜ਼ਰ ਫਰੈਂਡਲੀ ਹੁੰਦੇ ਸੀਗੇ ਤੇ ਇਸ ਦੇ ਵਿੱਚ ਕਾਫੀ ਫੀਚਰਸ ਹੁੰਦੇ ਸੀਗੇ, ਠੀਕ ਹੈ। the main drawback of first to fourth generation computer is that computer have not their own thinking, ਕਿ ਜਿਹੜੀ ਪਹਿਲੀ 4 ਜਨਰੇਸ਼ਨ ਅਸੀਂ ਪੜ੍ਹੀਆਂ ਉਸ ਦੇ ਵਿੱਚ ਕੰਪਿਊਟਰ ਦੀ ਆਪਣੀ ਸੋਚ ਨਹੀਂ ਹੁੰਦੀ ਸੀਗੀ, ਆਪਣੀ ਥਿੰਕਿੰਗ ਨਹੀਂ ਹੁੰਦੀ ਸੀਗੀ, ਉਹ ਟੋਟਲੀ ਡਿਪੈਂਡੈਂਟ ਸੀਗਾ ਕਿ ਜਿਹੜੀ ਤੁਹਾਨੂੰ ਇੰਸਟਰਕਸ਼ਨ ਮਿਲ ਰਹੀ ਹੈ ਉਸ ਦੇ ਅਕੋਰਡਿੰਗ ਉਹ ਕੰਮ ਕਰਦਾ ਸੀਗਾ, ਠੀਕ ਹੈ। ਦੈਨ ਤੁਸੀਂ ਲਿਖ ਸਕਦੇ ਹੋ, ਪੜ੍ਹ ਸਕਦੇ ਹੋ ਇਹ ਸਾਰਾ ਕੁਝ, ਠੀਕ ਹੈ। ਹੁਣ ਅਸੀਂ ਅੱਗੇ ਕਰਾਂਗੇ ਜਿਹੜਾ ਡਿਸਕਸ ਹੈ ਕਰੈਕਟਰਿਸਟਿਕਸ, ਮੈਂ ਤੁਹਾਨੂੰ ਪਿਛਲੇ ਲੈਕਚਰ ਦੇ ਵਿੱਚ ਦੱਸਤੀ ਸੀਗੀਆਂ। ਦੈਨ ਲਿਮਿਟੇਸ਼ਨ ਜਿਹੜੀ ਹੈ ਪਿਛਲੀ PDF ਦੇ ਵਿੱਚ ਨਹੀਂ ਸੀਗੀ, ਤਾਂ ਮੈਂ ਰੀਨਿਊਡ ਕੀਤੀ ਸੀਗੀ PDF ਤੇ ਨਿਊ ਬਣਾਈ ਸੀਗੀ, ਇਸ ਦੇ ਵਿੱਚ ਹੈ। ਜੇ ਕਿਸੇ ਨੇ ਨਹੀਂ ਲਿਖੀ ਹੈ ਤਾਂ ਲਿਖ ਲਿਓ, ਠੀਕ ਹੈ। ਮੈਂ ਵੈਸੇ ਪਿਛਲੀ ਵੀਡੀਓ ਦੇ ਵਿੱਚ ਬੋਲਿਆ ਵੀ ਹੈਗਾ ਹੈ। ਦੈਨ ਬਲੌਕ ਡਾਇਗਰਾਮ ਜਿਹੜਾ ਹੈ ਉਹ
ਵੀ ਅਸੀਂ ਕਰ ਲਿਆ ਸੀਗਾ, ਪਰ ਮੈਂ ਤੁਹਾਨੂੰ ਦੁਬਾਰਾ ਤੇ ਥੋੜ੍ਹਾ ਜਿਹਾ ਐਕਸਪਲੇਨ ਕਰ ਦਿੰਦਾ ਹੈ, ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆ, ਔਰ ਆਉਂਦਾ ਵੀ ਹੁੰਦਾ ਹੈ ਕੁਐਸਚਨ, ਵੈਰੀ ਵੈਰੀ ਇੰਪੋਰਟੈਂਟ ਆ ਕਿ ਕੰਪਿਊਟਰ ਦੇ ਵਿੱਚ ਜਿਹੜਾ 3 ਪਾਰਟਸ ਦੇ ਵਿੱਚ ਇਸ ਨੂੰ ਵੰਡਿਆ ਗਿਆ ਯੂਨਿਟਸ ਦੇ ਵਿੱਚ। ਤੇ ਇਨਪੁਟ ਯੂਨਿਟ ਹੁੰਦੀ ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ ਹੁੰਦੀ ਹੈ, ਔਰ ਆਊਟਪੁੱਟ ਯੂਨਿਟ ਹੁੰਦੀ ਹੈ। ਦੈਨ ਇਨਪੁਟ ਯੂਨਿਟ ਜਿਸ ਦੇ ਵਿੱਚ ਅਸੀਂ ਡਾਟਾ ਜਿਹੜਾ ਹੈ ਐਂਟਰ ਕਰਦੇ ਹਾਂ ਕੰਪਿਊਟਰ ਦੇ ਵਿੱਚ, ਦੈਨ ਉਹ CPU ਦੇ ਵਿੱਚ ਜਾਂਦਾ ਹੈ। ਦੈਨ CPU ਦੇ ਵਿੱਚ ਵੀ 3 ਹਿੱਸਿਆਂ ਦੇ ਵਿੱਚ ਜਾਂਦਾ ਹੈ, ਠੀਕ ਹੈ। ਪਹਿਲੇ ਕੰਟਰੋਲ ਯੂਨਿਟ ਦੇ ਕੋਲ ਜਾਏਗਾ, ਕੰਟਰੋਲ ਯੂਨਿਟ ਹੈ ਜਿਹੜਾ ਉਸ ਡਾਟਾ ਨੂੰ ਮੈਮਰੀ ਯੂਨਿਟ ਕੋਲ ਭੇਜੇਗੀ ਫॉर ਟੈਂਪਰੇਰੀ ਸਟੋਰੇਜ। ਦੈਨ ਮੈਮਰੀ ਯੂਨਿਟ ਜਿਹੜਾ ਉਸ ਡਾਟਾ ਨੂੰ ALU ਦੇ ਵਿੱਚ ਭੇਜੇਗੀ, ਠੀਕ ਹੈ, ਮਤਲਬ ਅਰਥਮੈਟਿਕ ਲੌਜਿਕ ਯੂਨਿਟ ਦੇ ਵਿੱਚ ਭੇਜੇਗੀ ਕੈਲਕੂਲੇਸ਼ਨਸ ਦੇ ਲਈ ਐਂਡ ਪਰਮਾਨੈਂਟ ਮਤਲਬ ਚੈਕਿੰਗ ਦੇ ਲਈ। ਦੈਨ ALU ਜਿਹੜਾ ਹੈ ਉਹ ਲਏਗੀ ਡਾਟਾ ਨੂੰ ਐਂਡ ਉਹ ਚੈੱਕ ਕਰਕੇ ਦੈਨ ਦੁਬਾਰਾ ਇਸ ਨੂੰ ਭੇਜੇਗੀ, ਠੀਕ ਹੈ, MU ਨੂੰ ਫॉर ਇਸ ਟੈਂਪਰੇਰੀ ਸਟੋਰੇਜ ਦੇ ਟੈਂਪਰੇਰੀਲੀ ਮਤਲਬ ਸਟੋਰ ਹੋ ਜਾਏ ਤੁਹਾਡਾ ਡਾਟਾ, ਉਸ ਦੇ ਲਈ ਭੇਜੇਗੀ। ਦੈਨ ਇਹ ਜਿਹੜਾ ਅੱਗੇ ਜਿਹੜਾ ਆਊਟਪੁੱਟ ਜਿਹੜੀ ਸਾਨੂੰ ਸ਼ੋ ਹੋ ਜਾਂਦੀ ਹੈ, ਠੀਕ ਹੈ। ਤੇ ਤੁਸੀਂ ਪੜ੍ਹ ਸਕਦੇ ਹੋ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ। ਡਿਫਰੈਂਟ ਯੂਨਿਟ ਹੁੰਦੀਆਂ ਇਨਪੁੱਟ ਡਿਵਾਈਸਿਸ, ਇਨਪੁੱਟ ਯੂਨਿਟ ਜਿਹੜੀਆਂ ਉਹ ਜਿੱਦਾਂ ਹੈਗੀਆਂ ਕੀਬੋਰਡ ਮਾਊਸ, ਠੀਕ ਹੈ। ਇਹ ਸਾਰੀਆਂ ਜਿਹੜੀਆਂ ਅੱਗੇ ਤੁਸੀਂ ਸੈਕਿੰਡ ਚੈਪਟਰ ਦੇ ਵਿੱਚ ਐਕਸਪਲੇਨ ਕੀਤਾ ਹੋਇਆ ਇਸ ਨੇ ਨੂੰ ਡਿਟੇਲ 'ਚ। ਇਨਪੁੱਟ ਡਿਵਾਈਸਿਸ ਕਿਹੜੀਆਂ ਨੇ, ਜਿੱਦਾਂ ਕੀਬੋਰਡ ਹੋ ਗਿਆ, ਮਾਊਸ ਹੋ ਗਿਆ, ਜੋਇਸਟਿਕ ਹੋ ਗਈ, ਟਰੈਕ ਬੋਲ ਹੋ ਗਈ, ਸਕੈਨਰ ਹੋ ਗਿਆ, ਡਿਜੀਟਾਈਜ਼ਰ ਹੋ ਗਿਆ, ਵੌਇਸ ਰਿਕਗਨਾਈਜੇਸ਼ਨ ਸਿਸਟਮ ਹੋ ਗਿਆ, ਆਪਟੀਕਲ ਸਕੈਨਰ ਹੋ ਗਿਆ, ਠੀਕ ਹੈ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਅੱਗੇ ਡਿਸਕਸ ਕੀਤੀਆਂ, ਇਹਦੇ ਪਰ ਇੱਕ ਚੈਪਟਰ ਹੈ ਇਨਪੁੱਟ ਔਰ ਆਊਟਪੁੱਟ ਡਿਵਾਈਸਿਸ ਪਰ। ਤੇ ਇਹਨਾਂ ਵੱਖਰਾ ਜਿਹਾ ਘੱਟ ਧਿਆਨ ਦੇ ਕੇ ਤੁਸੀਂ ਸੈਂਟਰਲ ਪ੍ਰੋਸੈਸਿੰਗ ਯੂਨਿਟ ਸਮਝ ਲਿਓ। ਇਨਪੁੱਟ ਦਾ ਬੇਸਿਕਲੀ ਮੈਂ ਤੁਹਾਨੂੰ ਦੱਸ ਦਿੱਤਾ ਕਿ ਜਿਸ ਦੇ ਵਿੱਚ ਅਸੀਂ ਡਾਟਾ ਔਰ ਇੰਸਟਰਕਸ਼ਨਸ ਨੂੰ ਪਾਉਂਦੇ ਆ ਕੰਪਿਊਟਰ ਦੇ ਵਿੱਚ, ਔਰ ਜਿਹੜੀ ਇਹ ਇਨਫੋਰਮੇਸ਼ਨ ਜਿਹੜੀ ਅਸੀਂ ਪਾਉਂਦੇ ਆ ਕੰਪਿਊਟਰ ਦੇ ਵਿੱਚ ਉਹ ਜਿਹੜੀ ਹੈ ਕਨਵਰਟ ਹੋ ਜਾਂਦੀ ਹੈ 0 ਐਂਡ 1 ਦੀ ਫਾਰਮ ਦੇ ਵਿੱਚ, ਸੋ ਦੈਟ ਬਾਈਨਰੀ ਲੈਂਗੁਏਜ ਦੇ ਵਿੱਚ ਕਨਵਰਟ ਹੋ ਜਾਂਦੀ ਹੈ, ਸੋ ਦੈਟ ਕੰਪਿਊਟਰ ਜਿਹੜੇ ਇਹਨਾਂ ਨੂੰ ਈਜ਼ੀਲੀ ਸਮਝ ਪਾਵੇ, ਠੀਕ ਹੈ। ਸੈਂਟਰਲ ਪ੍ਰੋਸੈਸਿੰਗ ਯੂਨਿਟ ਜਿਹੜੀ ਹੈ CPU ਜਿਹੜਾ ਹੁੰਦਾ ਬ੍ਰੇਨ ਹੁੰਦਾ ਕੰਪਿਊਟਰ ਦਾ, ਠੀਕ ਹੈ। ਇਸ ਦੇ ਵਿੱਚ ਕੀ ਹੁੰਦਾ ਕਿ ਇਹ ਪ੍ਰੋਗਰਾਮ ਨੂੰ ਐਗਜ਼ੀਕਿਊਟ ਕਰਦਾ ਹੈ ਔਰ ਇਟ ਕੰਟਰੋਲ ਆਲ ਦਾ ਅਦਰ ਫੰਕਸ਼ਨ, ਆਪਰੇਸ਼ਨ ਤਾਂ ਕਰਦੇ ਹੀ ਕਰਦੇ ਪਰ ਹੋਰ ਅਦਰ ਫੰਕਸ਼ਨਸ ਦੇ ਵਰਕਾ ਵੀ ਧਿਆਨ ਦਿੰਦਾ ਹੈ, ਜਿੱਦਾਂ ਮੈਮਰੀ ਹੋ ਗਿਆ, ਇਨਪੁਟ ਹੋ ਗਿਆ ਐਂਡ ਆਊਟਪੁੱਟ ਡਿਵਾਈਸ ਹੋ ਗਿਆ, ਠੀਕ ਹੈ। ਅੰਡਰ ਇਟਸ ਕੰਟਰੋਲ ਪ੍ਰੋਗਰਾਮਸ ਆਰ ਸਟੋਰਡ, ਇਸ ਦੇ ਕੰਟਰੋਲ ਦੇ ਵਿੱਚ ਜਿਹੜੇ ਨੇ ਪ੍ਰੋਗਰਾਮ ਸਟੋਰ ਹੁੰਦੇ ਨੇ ਕੰਪਿਊਟਰ ਦੇ ਵਿੱਚ ਐਂਡ ਮੈਮਰੀ ਯੂਨਿਟਸ ਦੇ ਵਿੱਚ ਹੁੰਦੇ ਨੇ, ਔਰ ਆਊਟਪੁੱਟ ਜਿਹੜੀਆਂ ਡਿਸਪਲੇ ਹੁੰਦੀਆਂ ਸਕਰੀਨ ਤੇ, ਠੀਕ ਹੈ। ਦੈਨ ਇਸ ਨੂੰ 3 ਪਾਰਟਸ ਦੇ ਵਿੱਚ CPU ਨੂੰ ਅੱਗੇ ਡਿਵਾਈਡ ਕੀਤਾ ALU ਅਰਥਮੈਟਿਕ ਲੌਜਿਕ ਯੂਨਿਟ, ਜਿੱਥੇ ਮਤਲਬ ਕਿ ਐਕਚੁਅਲ ਐਗਜ਼ੀਕਿਊਸ਼ਨ ਹੁੰਦੀ ਹੈ ਸਾਡੀ ਇੰਸਟਰਕਸ਼ਨ ਦੀ, ਠੀਕ ਹੈ। ਉਸ ਦੇ ਵਿੱਚ ਕੀ ਹੁੰਦਾ ਹੈ ਕਿ ਸਾਡਾ ਜਿਹੜਾ ਕੈਲਕੂਲੇਸ਼ਨ ਹੁੰਦੀ ਹੈ ਸਾਡੇ ਡਾਟਾ ਦੀ, ਠੀਕ ਹੈ, ਐਡਿੰਗ ਸਬਟਰੈਕਟਿੰਗ, ਠੀਕ ਹੈ, ਐਜ਼ ਵੈਲ ਐਜ਼ ਲੌਜੀਕਲ ਕੈਲਕੂਲੇਸ਼ਨਸ ਵੀ ਹੁੰਦੀਆਂ। ਦੈਨ CPU ਜਿਹੜਾ ਇਟ ਕੰਟਰੋਲ ਆਲ ਦ ਐਕਟੀਵਿਟੀਜ਼ ਆਫ ਦ ਕੰਪਿਊਟਰ, ਇਸ ਦੇ ਵਿੱਚ ਜਿਹੜੀ ਹੈ ਸਾਰੀ ਐਕਟੀਵਿਟੀ ਜਿਹੜੀ ਹੈ ਕੰਪਿਊਟਰ ਦੀ ਉਹ ਜਿਹੜੀ ਹੈ ਕੰਟਰੋਲ ਹੁੰਦੀ ਹੈ, ਠੀਕ ਹੈ। ਇਸ ਦਾ ਮੇਨ ਫੰਕਸ਼ਨ ਇਹੀ ਹੁੰਦਾ ਹੈ, ਪ੍ਰਾਇਮਰੀ ਫੰਕਸ਼ਨ ਇਹ ਹੁੰਦਾ ਕਿ ਇਹ ਸਿਲੈਕਟ ਐਂਡ ਇੰਟਰਪ੍ਰੀਟ ਇੰਸਟਰਕਸ਼ਨ ਟੂ ਸੈਟ ਐਪਰੋਪ੍ਰੀਏਟ ਸਿਗਨਲ ਟੂ ਅਦਰ ਯੂਨਿਟ, ਮਤਲਬ ਕਿ ਇਹ ਜਿਹੜਾ ਹੈ ਇੰਸਟਰਕਸ਼ਨ ਜਿਹੜੀਆਂ ਲਈ ਗਈਆਂ ਹੈ ਕੰਪਿਊਟਰ ਦੇ ਵੱਲੋਂ ਉਸ ਨੂੰ ਅੱਗੇ ਫਾਰਵਰਡ ਕਰਨਾ, ਔਰ ਐਪਰੋਪ੍ਰੀਏਟ ਸਿਗਨਲ ਜਿਹੜੇ ਨੇ ਅੱਗੇ ਮਤਲਬ ਡਿਵਾਈਸ ਨੂੰ ਜਿਹੜਾ ਹੈ ਐਪਰੋਪ੍ਰੀਏਟਲੀ ਸੈਂਡ ਕਰਨਾ, ਉਸ ਨੂੰ ਅਸੀਂ ਕਹਿੰਦੇ ਹਾਂ CPU ਦਾ ਕੰਮ ਹੈ। ਔਰ ਇਟ ਇਜ਼ ਕੰਟਰੋਲ ਈਚ ਐਂਡ ਐਵਰੀ ਪਾਰਟ ਆਫ ਦ ਕੰਪਿਊਟਰ। ਦੈਨ ਇਹਦੇ ਕੁਝ ਫੰਕਸ਼ਨਸ ਹੈ ਜਿਹੜੇ ਤੁਸੀਂ ਪੜ੍ਹ ਸਕਦੇ ਹੋ। ਮੈਮਰੀ ਯੂਨਿਟ ਹੈ, ਠੀਕ ਹੈ। ਮੈਮਰੀ ਯੂਨਿਟ ਮੈਂ ਪਿੱਛੇ ਜਿਹੜੀ ਪਿਛਲੀ PDF ਹੈ ਉਸ ਦੇ ਵਿੱਚ ਥੋੜ੍ਹਾ ਜਿਹਾ ਥਾ ਇਸ ਦੇ ਬਾਰੇ, ਪਰ ਇਸ ਦੇ ਵਿੱਚ ਮੈਂ ਡਿਟੇਲ 'ਚ ਦੱਸਿਆ ਥੋੜ੍ਹਾ ਜਿਹਾ ਦੱਸ ਦੂੰਗਾ, ਕਿਉਂਕਿ ਇਸ ਦੇ ਵਿੱਚ ਇੱਕ ਹੋਰ ਪੇਜ ਵੀ ਹੈ ਮੇਰੇ ਕੋਲ। ਮੈਮਰੀ ਯੂਨਿਟ ਜਿਹੜੀ ਹੈ ਸਟੋਰੇਜ ਯੂਨਿਟ ਹੁੰਦੇ ਹੈ, ਠੀਕ ਹੈ, ਜਿੱਥੇ ਕੰਪਿਊਟਰ ਦਾ ਡਾਟਾ ਜਿਹੜਾ ਸਟੋਰ ਹੁੰਦਾ ਹੈ ਕੰਪਿਊਟਰ ਦੇ ਵਿੱਚ, ਠੀਕ ਹੈ। ਦੈਨ ਇਸ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ, ਪ੍ਰਾਇਮਰੀ ਮੈਮਰੀ ਐਂਡ ਸੈਕੰਡਰੀ ਮੈਮਰੀ, ਠੀਕ ਹੈ। ਪ੍ਰਾਇਮਰੀ ਮੈਮਰੀ ਨੂੰ ਅਸੀਂ ਇੰਟਰਨਲ ਮੈਮਰੀ ਵੀ ਕਹਿੰਦੇ ਹਾਂ ਔਰ ਮੇਨ ਮੈਮਰੀ ਵੀ ਕਹਿੰਦੇ ਹਾਂ, ਔਰ ਸੈਕੰਡਰੀ ਨੂੰ ਅਸੀਂ ਐਕਸਟਰਨਲ ਮੈਮਰੀ ਵੀ ਕਹਿੰਦੇ ਹਾਂ। ਔਰ ਪ੍ਰਾਇਮਰੀ ਮੈਮਰੀ ਦੇ ਵਿੱਚ ਰੈਮ ਰੋਮ ਵੀ ਆਉਂਦੀ ਹੈ, ਠੀਕ ਹੈ, ਐਂਡ ਸੈਕੰਡਰੀ ਮੈਮਰੀ ਦੇ ਵਿੱਚ ਵੀ ਆਉਂਦਾ ਹੈ ਕਾਫੀ ਕੁਛ, ਜਿੱਦਾਂ ਪੈਨ ਡਰਾਈਵ ਹੋ ਗਿਆ, ਠੀਕ ਹੈ, ਫਲੋਪੀ ਡਿਸਕ ਹੋ ਗਈ, CD ਹੋ ਗਈ, DVD ਹੋ ਗਈ, ਐਕਸੈਟਰਾ, ਠੀਕ ਹੈ। ਦੈਨ ਇਸ ਜਿਹੜੀ ਮੈਮਰੀ ਯੂਨਿਟ ਹੈ ਇਸ ਨੂੰ ਬਹੁਤ ਡੀਪ ਡਿਸਕਸ ਕੀਤਾ ਚੈਪਟਰ ਨੰਬਰ 3, ਇਹਦੇ ਪਰ ਵੀ ਇੱਕ ਅਲੱਗ ਚੈਪਟਰ ਆਏਗਾ। ਚੈਪਟਰ ਨੰਬਰ 2 ਜਿਹੜਾ ਹੋਏਗਾ ਇਨਪੁਟ ਆਊਟਪੁੱਟ ਡਿਵਾਈਸਿਸ ਪਰ ਹੋਏਗਾ, ਬਹੁਤ ਡੀਪ 'ਚ ਜਾਏਗਾ ਉਹ ਵੀ ਚੈਪਟਰ। ਥਰਡ ਚੈਪਟਰ ਜਿਹੜਾ ਹੈ ਮਸ਼ੀਨ ਮੈਮਰੀ ਯੂਨਿਟ ਦੇ ਰਿਲੇਟਡ ਆ, ਉਹ ਵੀ ਬਹੁਤ ਡੀਪ 'ਚ ਜਾਏਗਾ। ਔਰ ਫੋਰਥ ਚੈਪਟਰ ਜਿਹੜਾ ਹੈ ਤੁਹਾਡੀ ਲੈਂਗੁਏਜ, ਕੰਪਿਊਟਰ ਦੀ ਕਿਹੜੀ ਲੈਂਗੁਏਜ ਹੁੰਦੀਆਂ ਉਹਦੇ ਪਰ ਹੈ, ਉਹ ਵੀ ਡੀਪ ਜਾਏਗਾ, ਠੀਕ ਹੈ। ਦੈਨ ਤੁਸੀਂ ਈਜ਼ੀਲੀ ਕਰ ਪਾਓਗੇ, ਤੁਸੀਂ ਇੱਥੇ ਪੜ੍ਹ ਸਕਦੇ ਹੋ, ਜਿਹੜਾ ਮੈਂ ਤੁਹਾਨੂੰ ਦੱਸਿਆ ਉਹੀ ਇੱਥੇ ਲਿਖਿਆ ਹੋਇਆ ਹੈ। ਜਿਹੜੀ ਸਾਡੀ ਆਊਟਪੁੱਟ ਹੈ ਉਹ ਸਾਡੀ ਸ਼ੋ ਹੁੰਦੀ ਹੈ ਸਕਰੀਨ 'ਤੇ ਮੋਨੀਟਰ ਪਰ ਵੀ ਸਾਨੂੰ ਸ਼ੋ ਹੋ ਜਾਂਦੀ ਹੈ। ਜੇ ਅਸੀਂ ਕੋਈ ਡਾਟਾ ਐਜ਼ ਅ ਪ੍ਰਿੰਟਡ ਫਾਰਮ ਲੈਣਾ ਚਾਹੇ ਤਾਂ ਸਾਨੂੰ ਹਾਰਡ ਕਾਪੀ ਵੀ ਮਿਲ ਜਾਂਦੀ ਹੁੰਦੀ ਹੈ, ਪ੍ਰਿੰਟ ਕਰਕੇ ਅਸੀਂ ਆਪਣੇ ਡਾਟਾ ਦੀ ਅਸੀਂ ਹਾਰਡ ਕਾਪੀ ਵੀ ਲੈ ਸਕਦੇ ਹਾਂ, ਠੀਕ ਹੈ। ਦੈਨ ਪਲੋਟਰਸ ਵੀ ਸਾਨੂੰ ਸ਼ੋ ਕਰਦੇ ਨੇ, ਪ੍ਰੋਜੈਕਟਰ ਵੀ ਸਾਨੂੰ ਕਰਦਾ ਹੈ। ਪ੍ਰੋਜੈਕਟਰ ਇਸ ਤਰ੍ਹਾਂ ਦੇ ਨਾਲ ਕਰਦਾ ਹੈ ਕਿ ਜਿਹੜਾ ਵੀ ਅਸੀਂ ਕੰਪਿਊਟਰ ਦੇ ਵਿੱਚ ਪੇਜ ਵਗੈਰਾ ਖੋਲ੍ਹਿਆ ਹੁੰਦਾ ਹੈ ਪ੍ਰੋਜੈਕਟਰ ਦੇ ਥਰੂ ਸਾਨੂੰ ਵੋਲ 'ਤੇ ਦਿਖਦਾ ਹੈ ਪੇਜ, ਠੀਕ ਹੈ। ਜੋ ਵੀ ਅਸੀਂ ਕੰਪਿਊਟਰ 'ਚ ਕੰਮ ਕਰ ਰਹੇ ਹਾਂ ਸਾਨੂੰ ਵੋਲ 'ਤੇ ਦਿਖ ਰਿਹਾ ਹੈ। ਸਪੀਕਰਸ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਕੰਪਿਊਟਰ ਦੇ ਵਿੱਚ ਜੇ ਕੁਛ ਵੀ ਮਤਲਬ ਗਾਣਾ ਟਾਈਪ ਲਾਇਆ, ਠੀਕ ਹੈ, ਦੈਨ ਜੇ ਅਸੀਂ ਸਪੀਕਰ ਨਾਲ ਕਨੈਕਟ ਕੀਤਾ ਤਾਂ ਉਹ ਸਪੀਕਰ ਦੇ ਵਿੱਚ ਵੀ ਸੁਣੇਗਾ ਔਰ ਬਹੁਤ ਜ਼ਿਆਦਾ ਆਵਾਜ਼ ਦੇ ਵਿੱਚ ਵੀ ਸੁਣੇਗਾ, ਅਤੇ ਉੱਥੇ ਵੀ ਸਾਡੀ ਆਊਟਪੁੱਟ ਸ਼ੋ ਹੋ ਰਹੀ ਹੈ, ਠੀਕ ਹੈ। ਦੈਨ ਕਲਾਸੀਫਿਕੇਸ਼ਨ ਐਂਡ ਟਾਈਪਸ ਆਫ ਕੰਪਿਊਟਰ ਇਹ ਕਰਾਂਗੇ, ਅਤੇ ਇਸ ਨੂੰ ਅਸੀਂ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ ਐਜ਼ ਪਰ ਦਾ ਅਕੋਰਡਿੰਗ ਟੂ ਦਾ ਲੌਜਿਕ ਯੂਜ਼ਡ ਬਾਏ ਦਾ ਕੰਪਿਊਟਰ ਐਂਡ ਅਕੋਰਡਿੰਗ ਟੂ ਦਾ ਸਾਈਜ਼, ਠੀਕ ਹੈ, ਅਕੋਰਡਿੰਗ ਟੂ ਦਾ ਸਾਈਜ਼ ਐਂਡ ਲੌਜਿਕ। ਜਿਹੜੀ ਲੌਜਿਕ ਹੈ ਇਸ ਦੇ ਵਿੱਚ ਐਨਾਲੋਗ ਡਿਜੀਟਲ ਹਾਈਬ੍ਰਿਡ ਦੇ ਅਕੋਰਡਿੰਗ ਕੀਤਾ ਗਿਆ ਹੈ। ਦੈਨ ਐਨਾਲੋਗ ਕੰਪਿਊਟਰਸ ਕਿਹੜੇ ਹੁੰਦੇ ਨੇ ਉਹ ਮੈਂ ਤੁਹਾਨੂੰ ਦੱਸਦਾ ਹੈ। ਐਨਾਲੋਗ ਕੰਪਿਊਟਰਸ ਹੁੰਦੇ ਨੇ ਜਿਸ ਦੇ ਵਿੱਚ ਡਾਟਾ ਜਿਹੜਾ ਐਕਸੈਪਟ ਕੀਤਾ ਜਾਂਦਾ ਹੈ ਵੋਲਟੇਜ ਐਂਡ ਕਰੰਟ ਦੀ ਫਾਰਮ ਦੇ ਵਿੱਚ, ਜਿਹੜੇ ਸਿਗਨਲਸ ਜਿਹੜੇ ਨੇ ਪਾਸ ਹੁੰਦੇ ਨੇ ਐਂਡ ਉਹ ਸਿਗਨਲ ਜਿਹੜੇ ਨੇ ਕਨਵਰਟ ਹੋ ਜਾਂਦੇ ਨੇ ਨਿਊਮੈਰਿਕ ਵੈਲਿਊ ਦੇ ਵਿੱਚ, ਠੀਕ ਹੈ। ਜਿਹੜੀ ਇਹ ਫਿਗਰ ਤੁਹਾਨੂੰ ਦਿਖ ਰਿਹਾ ਹੋਏਗਾ, ਦੈਨ ਤੁਸੀਂ ਪੜ੍ਹ ਸਕਦੇ ਹੋ। ਡਿਜੀਟਲ ਕੰਪਿਊਟਰਸ ਉਹ ਹੁੰਦੇ ਨੇ ਜਿਹੜਾ ਕਿ ਜਿਸ ਦੇ ਵਿੱਚ ਡਾਟਾ ਜਿਹੜਾ ਹੈ ਇਨ ਦਾ ਫਾਰਮ ਆਫ ਡਿਜੀਟਲ
ਡਿਜਿਟਸ ਦੇ ਵਿੱਚ, ਬਾਈਨਰੀ ਡਿਜਿਟਸ ਦੇ ਵਿੱਚ ਹੁੰਦਾ ਹੈ, ਠੀਕ ਹੈ, 0 1 ਦੀ ਫਾਰਮ ਦੇ ਵਿੱਚ ਹੁੰਦਾ ਹੈ, ਔਰ ਇਹ ਕੰਪਿਊਟਰ ਈਜ਼ੀਲੀ ਸਮਝ ਲੈਂਦਾ ਹੈ। ਔਰ ਡਿਜੀਟਲ ਜਿਹੜੀ ਤੁਸੀਂ ਬਾਈਨਰੀ ਕਰੋਗੇ, ਬਾਈਨਰੀ ਦੇ ਉੱਪਰ ਅੱਗੇ ਨੂਮੈਰੀਕਲ ਚੈਪਟਰ ਵੀ ਆਏਗਾ, ਉੱਥੇ ਤੁਹਾਨੂੰ ਜ਼ਿਆਦਾ ਕਲੀਅਰ ਹੋਏਗਾ। ਫਿਲਹਾਲ ਦੇ ਲਈ ਇੰਨਾ ਸਮਝੋ ਕਿ 0 1 ਦੀ ਫਾਰਮ ਦੇ ਵਿੱਚ ਹੁੰਦਾ ਬਾਈਨਰੀ, ਔਰ ਜਿਹੜਾ ਡਿਜੀਟਲ ਕਹਿੰਦੇ ਆ ਇਸ ਨੂੰ ਅਸੀਂ, ਐਂਡ ਜਿਹੜਾ ਐਨਾਲੋਗ ਹੁੰਦਾ ਹੈ ਉਹ ਹੁੰਦਾ ਹੈ ਇਨ ਫਾਰਮ ਆਫ ਵੋਲਟੇਜ ਐਂਡ ਕਰੰਟ ਹੁੰਦਾ ਹੈ, ਜਿਹੜਾ ਕਿ ਕਨਵਰਟ ਹੋ ਜਾਂਦਾ ਹੈ ਨੂਮੈਰਿਕ ਵੈਲਿਊ ਦੇ ਵਿੱਚ, ਠੀਕ ਹੈ। ਦੈਨ ਇੱਕ ਹੁੰਦਾ ਸਾਡੇ ਕੋਲ, ਇਹ ਦੇਖੋ ਤੁਸੀਂ ਡਿਫਰੈਂਸ ਵੀ ਪੜ੍ਹ ਸਕਦੇ ਹੋ, ਈਜ਼ੀ ਡਿਫਰੈਂਸ ਕਰ ਸਕਦੇ ਹੋ ਕਿ ਜਿਹੜਾ ਐਨਾਲੋਗ ਹੈ ਐਕਸੈਪਟ ਕਰਦਾ ਹੈ ਡਾਟਾ ਇਨ ਅ ਕੰਟੀਨਿਊਸ ਫਾਰਮ, ਠੀਕ ਹੈ। ਜਿਹੜਾ ਡਿਜੀਟਲ ਹੈ ਉਹ ਡਾਟਾ ਇਨ ਅ ਡਿਸਕ੍ਰਿਪਟਿਡ ਫਾਰਮ ਦੇ ਵਿੱਚ ਜਿਹੜਾ ਹੈ ਐਕਸੈਪਟ ਕਰਦਾ ਹੈ, ਠੀਕ ਹੈ। ਔਰ ਜਿਹੜਾ ਹੈ ਰਿਪਰੈਜ਼ੈਂਟ ਡਾਟਾ ਐਜ਼ ਫਿਜ਼ੀਕਲੀ ਅਸੀਂ ਡਾਟਾ ਰਿਪਰੈਜ਼ੈਂਟ ਕਰ ਸਕਦੇ ਨੇ। ਜਿਹੜਾ ਡਿਜੀਟਲ ਹੁੰਦਾ ਨੰਬਰਸ ਦੇ ਵਿੱਚ ਹੁੰਦਾ 0 1 ਦੇ ਵਿੱਚ, ਠੀਕ ਹੈ। ਦੈਨ ਸਪੀਡ ਜਿਹੜੀ ਹੁੰਦੀ ਹੈ ਐਨਾਲੋਗ ਦੇ ਵਿੱਚ ਹਾਈ ਹੁੰਦੀ ਹੈ, ਪਰ ਡਿਜੀਟਲ ਦੇ ਵਿੱਚ ਲੈਸ ਹੁੰਦੀ ਹੈ, ਔਰ ਲੈਸ ਐਕੂਰੇਟ ਹੁੰਦਾ ਐਨਾਲੋਗ ਦੇ ਵਿੱਚ, ਐਂਡ ਹਾਈ ਐਕੂਰੇਟ ਹੁੰਦਾ ਡਿਜੀਟਲ ਦੇ ਵਿੱਚ, ਠੀਕ ਹੈ। ਸਪੈਸੀਫਿਕ ਪਰਪਸ ਦੇ ਲਈ ਐਨਾਲੋਗ ਨੂੰ ਯੂਜ਼ ਕੀਤਾ ਜਾਂਦਾ ਹੈ, ਐਂਡ ਜਨਰਲ ਪਰਪਸ ਦੇ ਲਈ ਡਿਜੀਟਲ ਨੂੰ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ। ਦੈਨ ਹਾਈਬ੍ਰਿਡ ਜਿਹੜੇ ਹੁੰਦੇ ਨੇ ਦੋਨਾਂ ਦੇ ਕੰਪਿਊਟਰ ਦੇ ਵਿੱਚ ਹੁੰਦੇ ਨੇ, ਜਿਹੜੇ ਦੇ ਵਿੱਚ ਦੋਨੇ ਫੀਚਰਸ ਹੋਣ, ਤੁਹਾਡਾ ਡਿਜੀਟਲ ਵੀ ਹੋਵੇ ਐਂਡ ਐਨਾਲੋਗ ਵੀ ਹੋਵੇ, ਉਸ ਨੂੰ ਅਸੀਂ ਹਾਈਬ੍ਰਿਡ ਕਹਿੰਦੇ ਹਾਂ, ਠੀਕ ਹੈ। ਕਲਾਸੀਫਿਕੇਸ਼ਨ ਐਜ਼ ਪਰ ਦਾ ਸਾਈਜ਼ ਆਫ ਦਾ ਕੰਪਿਊਟਰ। ਮਾਈਕਰੋ ਪ੍ਰੋਸੈਸਰ ਜਿਹੜਾ ਹੈ ਕਾਫੀ ਤਰ੍ਹਾਂ ਦੇ ਇੱਥੇ 10 11 ਹੈ, ਤੁਹਾਨੂੰ ਦੇਖੋ ਜਿਹੜੇ ਮੈਂ ਤੁਹਾਨੂੰ 11 ਟਾਈਪਸ ਨੇ ਮਾਈਕਰੋ ਕੰਪਿਊਟਰ, ਮਿਨੀ ਫਰੇਮ ਕੰਪਿਊਟਰ, ਸੁਪਰ ਕੰਪਿਊਟਰ, ਲੈਪਟॉप एंड हैंड होल्ड कंप्यूटर, नेटवर्क सर्वर, वर्क स्टेशन, डेस्कटॉप कंप्यूटर, नोटपैड, नोटबुक कंप्यूटर, टैबलेट, स्मार्टफोन। तो इन्हें आते तो होंगे नहीं है वैसे, पर जे आते भी हो ना तो ज़्यादातर मिनी फ्रेम कंप्यूटर पर ज़्यादा क्वेश्चन पूछते हैं। मिनी कंप्यूटर की होंगे माइक्रो, पहले जो 4 हैं इन्होंने पर ज़्यादा क्वेश्चन पूछते हैं एज कंपेयर टू अदर्स, ठीक है। तो असी इन्होंने पहले चारों असी डिस्कस कर लेंगे, ठीक है। दैन माइक्रो कंप्यूटर जो होंगे ने समोलेस्ट कैटेगरी होंगी है, ठीक है। और इस की है जी माइक्रो प्रोसैसर जोड़ा है परफॉर्म करता है सारे फंक्शन में, एंड ये बहुत ज़्यादा मतलब छोटा इस होंगे, मैमरी छोटी होंगी है। एंड माइक्रो कंप्यूटर आर सिंगल यूजर सिस्टम विच मीन द सिंगल यूजर कैन ऑपरेट दिस सिस्टम एट अ टाइम, मतलब कि इसनों सिंगल बंदा जोड़ा यूज़ कर सकता जोड़ा भी है इस कंप्यूटर में, जोड़ा है सिंगल यूजर जोड़ा है ऑपरेट कर सकते ईजीली, ठीक है। दैन हुण असीं डिस्कस करांगे सैकेंड वाली जिहड़ी है, इसके फीचर्स तुसीं पढ़ लिओ की हुंदे ने। दैन मिनी कंप्यूटर जिहड़ा हुंदा है इस दे विच माइक्रो प्रोसैसर हुंदा है 16 to 32 बिट्स दा हुंदा है, ठीक है। एंड इट्स सपोर्ट मल्टी यूजर एनवायरनमेंट, ठीक है। एंड दिस कंप्यूटर्स आर एक्सपेंसिव एज कंपेयर टू माइक्रो कंप्यूटर, ये एक्सपेंसिव होंगे ने क्योंकि इस थोड़े ज़्यादा फीचर्स होंगे ने, ठीक है। दैन रैम जी होंगी है इस 1 MB to 16 MB की होंगी है। दैन जो मिनी फ्रेम कंप्यूटर्स होंगे ने उसके जी माइक्रो प्रोसैसर होंगे है वो 32 बिट्स से 48 बिट्स के होंगे है, एंड ईवन और 64 बिट्स भी हो जाता कदे कदे, ठीक है। तो जो रैम है इस एज कंपेयर टू फस्ट एंड सैकेंड ज़्यादा होंगी है, ठीक है। एंड their size is large and they can process a very large amount of data in very small टाइम पीरियड ਦੇ ਵਿੱਚ ਜਿਹੜਾ ਹੈ ਡਾਟਾ ਬੜੇ ਡਾਟਾ ਨੂੰ ਜਿਹੜਾ ਟਾਈਮ ਛੋਟੇ ਟਾਈਮ ਪੀਰੀਅਡ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਨਾਲ ਪ੍ਰੋਸੈਸ ਕਰ ਲੈਂਦੀ ਹੈ, ਠੀਕ ਹੈ। ਤੇ ਇਸ ਐਗਜ਼ਾਮਪਲ ਤੋਂ ਤੁਸੀਂ ਦੇਖ ਸਕਦੇ ਹੋ, ਪੜ੍ਹ ਲਿਓ ਐਗਜ਼ਾਮਪਲ। ਸੁਪਰ ਕੰਪਿਊਟਰਸ ਉਹ ਹੁੰਦੇ ਨੇ ਜਿਹੜੇ ਕਿ ਕਾਫੀ ਮਤਲਬ ਪ੍ਰੋਗਰਾਮਸ ਨੂੰ ਜਿਹੜਾ ਇੱਕ ਮਤਲਬ ਟਾਈਮ ਦੇ ਵਿੱਚ ਹੈਂਡਲ ਕਰਦੇ ਨੇ, ਔਰ ਕਾਫੀ ਮਤਲਬ ਕੰਮ ਨੂੰ ਜਿਹੜਾ ਇੱਕ ਨਾਲ ਹੀ ਕਰ ਦਿੰਦੇ ਆ, ਉਹ ਸੁਪਰ ਕੰਪਿਊਟਰ ਦੀ ਉਸ ਦੇ ਵਿੱਚ ਆਉਂਦੇ ਆ ਕੈਟਾਗਰੀ ਦੇ ਵਿੱਚ। ਦੈਨ ਲੈਪਟੋਪ ਐਂਡ ਹੈਂਡ ਹੋਲਡ ਸਕੈਨਰ, ਠੀਕ ਹੈ। ਇਹਦਾ ਕੰਪਿਊਟਰ ਆਰ ਸੋ ਸਮੋਲ ਦੇ ਕੈਨ ਵੀ ਪਲੇਸਡ ਜੋ ਲੈਂਪ ਦੇ ਜਿਹਦੇ ਅਸੀਂ ਟੇਬਲ ਪਰ ਰੱਖਦੇ ਹਾਂ, ਕਿਤੇ ਵੀ ਅਸੀਂ ਜਿਹੜਾ ਕੰਪਿਊਟਰ ਨੂੰ ਲੈ ਕੇ ਜਾ ਸਕਦੇ ਹਾਂ, ਤਾਂ ਲੈਪਟੋਪ ਦੀ ਫਾਰਮ ਦੇ ਵਿੱਚ ਹੁੰਦਾ ਉਹ ਕੰਪਿਊਟਰ, ਜਿਹੜਾ ਅਸੀਂ ਕਿਤੇ ਵੀ ਬ੍ਰਿੰਗ ਕਰਕੇ ਲੈ ਕੇ ਜਾ ਸਕਦੇ ਹਾਂ, ਠੀਕ ਹੈ। ਦੈਨ ਨੈਟਵਰਕ ਸਰਵਿਸ ਇਹ ਤੁਸੀਂ ਪੜ੍ਹ ਲਿਓ, ਠੀਕ ਹੈ। ਦੈਨ ਇਹ ਤੁਸੀਂ ਪੜ੍ਹ ਲੈਣੇ ਹੈ ਸਾਰੇ ਵਰਕ ਸਟੇਸ਼ਨ ਅੱਗੇ ਆਣੇ ਹਨ, ਦੈਟਸ ਵਾਈ ਮੈਂ ਤੁਹਾਨੂੰ ਇੱਥੇ ਨਹੀਂ ਕਰਵਾਉਂਗਾ, ਅੱਗੇ ਆਣਗੇ ਤਾਂ ਉੱਥੇ ਕਰਵਾ ਦੂੰਗਾ, ਠੀਕ ਹੈ। ਅਗਲੇ ਲਾਸਟ ਚੈਪਟਰ ਦੇ ਵਿੱਚ ਆਣਗੇ ਸਾਰੇ, ਤੇ ਉੱਥੇ ਡਿਟੇਲ 'ਚ ਮੈਂ ਤੁਹਾਨੂੰ ਦੱਸੂੰਗਾ, ਠੀਕ ਹੈ। ਜੇ ਤੁਹਾਨੂੰ ਕਿਸੇ ਨੂੰ ਕੋਈ ਡਾਊਟ ਹੈ ਤਾਂ ਕਾਈਂਡਲੀ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਜੇ ਤੁਸੀਂ ਹੁਣ ਤੱਕ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਕਰ ਲਿਓ। ਐਂਡ ਮੋਸਟ ਇੰਪੋਰਟੈਂਟ ਥਿੰਗ ਕਿ ਜੇ ਤੁਸੀਂ ਚੈਪਟਰਸ ਦੇ ਨੋਟਸ ਲੈਣੇ ਨੇ, ਤੁਸੀਂ ਸਾਡੇ ਚੈਨਲ 'ਤੇ ਜਾਣਾ, ਇਨਫੋਰਮੇਸ਼ਨ ਟੈਕਨੋਲੋਜੀ ਨਾਮ ਦੀ ਪਲੇਲਿਸਟ ਬਣੀ, ਉੱਥੇ ਫਸਟ ਵੀਡੀਓ ਬਣੀ ਹੈ, ਫਸਟ ਵੀਡੀਓ ਦੇ ਵਿੱਚ ਹੀ ਤੁਹਾਨੂੰ ਨੋਟਸ ਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲੇਗਾ, ਠੀਕ ਹੈ। ਤੇ ਉੱਥੇ ਤੁਸੀਂ ਡਾਊਨਲੋਡ ਕਰ ਲਿਓ ਨੋਟਸ, ਤੇ ਅਸੀਂ ਮਿਲਾਂਗੇ ਤੁਹਾਨੂੰ ਹੁਣ ਨੈਕਸਟ ਵੀਡੀਓ ਦੇ ਵਿੱਚ। ਤਦ ਤੱਕ ਲਈ ਰੱਬ ਰਾਖਾ।